हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ, ਜਿਵੇਂ ਕਿ ਤੁਸੀਂ ਹੁਣੇ ਦੇਖਿਆ ਕਿ ਕੋਕ ਬਣਾਇਆ ਸੀ ਅਫੀਮ ਛੱਡਣ ਲਈ। ਸੋ ਇਸ ਦਾ ਮਤਲਬ ਇਹੀ ਹੈ ਕਿ ਕੋਕ ਬਣਾਉਣ ਵਾਲਾ ਅਫੀਮ ਖਾਂਦਾ ਸੀ ਤੇ ਅਫੀਮ ਛੱਡਣ ਲਈ ਉਸਨੇ ਕੋਕ ਹੀ ਇਨਵੈਂਟ ਕਰ ਦਿੱਤਾ। ਸੋ ਫਾਰਮੇਸੀ ਦਾ ਸਟੂਡੈਂਟ ਸੀ, ਇੰਨਾ ਕੁ ਤਾਂ ਕਰ ਹੀ ਸਕਦਾ ਹੈ। ਪਰ ਕੀ ਉਹ ਕੋਕ ਨਾਲ ਅਫੀਮ ਛੱਡਣ ਵਿੱਚ ਕਾਮਯਾਬ ਹੋਇਆ ਜਾਂ ਨਹੀਂ, ਇਸ ਬਾਰੇ ਅੱਗੇ ਗੱਲ ਕਰਦੇ ਹਾਂ। ਅਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਸਰੀਰ ਨੂੰ ਦਫਨਾਇਆ ਨਾ ਜਾਵੇ, ਬਲਕਿ ਉਸ ਨੂੰ ਅਗਨੀ ਭੇਟ ਕੀਤਾ ਜਾਵੇ ਤੇ ਉਸ ਤੋਂ ਬਾਅਦ ਮੇਰੀ ਰਾਖ ਨੂੰ ਵੀ ਚਾਰੇ ਦਿਸ਼ਾਵਾਂ ਵੱਲ ਗੇਰ ਦਿਓ, ਨਹੀਂ ਤਾਂ ਮੇਰੀ ਰਾਖ ਨਾਲ ਵੀ ਬਹੁਤ ਲੋਕ ਐਕਸਪੈਰੀਮੈਂਟ ਕਰਨਗੇ। ਪਰ ਫਿਰ ਵੀ ਆਇਨਸਟਾਈਨ ਦੀ ਮੌਤ ਤੋਂ ਬਾਅਦ ਥਾਮਸ ਹਾਰਵੀ ਪੈਥੋਲੋਜਿਸਟ ਨੇ ਆਇਨਸਟਾਈਨ ਦਾ ਦਿਮਾਗ ਚੋਰੀ ਕਰ ਲਿਆ ਸੀ, ਪਰ ਫਿਰ ਵੀ ਉਸਨੇ ਆਇਨਸਟਾਈਨ ਦੇ ਦਿਮਾਗ ਦਾ ਸਾਰਾ ਸਿਸਟਮ ਚੈੱਕ ਕੀਤਾ ਕਿਉਂਕਿ ਅਲਬਰਟ ਆਮ ਲੋਕਾਂ ਨਾਲੋਂ ਜ਼ਿਆਦਾ ਸਮਝਦਾਰ ਸੀ ਤੇ ਉਹ ਬੰਦੇ ਨੇ ਅਲਬਰਟ ਦਾ ਦਿਮਾਗ 240 ਭਾਗਾਂ ਵਿੱਚ ਕੱਟ ਦਿੱਤਾ ਤੇ ਟਿਊਬਾਂ ਵਿੱਚ ਸਟੋਰ ਕਰ ਲਿਆ। 40 ਸਾਲਾਂ ਤੱਕ ਥਾਮਸ ਹਾਰਵੀ ਇਸ ਦਿਮਾਗ ਤੇ ਸਟੱਡੀ ਕਰਦਾ ਰਿਹਾ ਤੇ ਉਸ ਨੂੰ ਰਿਸਰਚ ਤੋਂ ਇਹ ਪਤਾ ਲੱਗਿਆ ਕਿ ਅਲਬਰਟ ਦੇ ਦਿਮਾਗ ਦਾ ਸਾਈਜ਼ ਆਮ ਲੋਕਾਂ ਦੇ ਦਿਮਾਗ ਤੋਂ ਵੱਡਾ ਸੀ ਤੇ ਆਪਣੇ ਦਿਮਾਗ ਦੇ ਵਿੱਚ ਇੱਕ ਹਿੱਸਾ ਹੁੰਦਾ ਹੈ ਜਿਸ ਨੂੰ ਪ੍ਰਾਈਟਲ ਲੋਬ ਕਹਿੰਦੇ ਨੇ ਤੇ ਉਹ ਉਸ ਦੇ ਦਿਮਾਗ ਵਿੱਚ ਮਿਸਿੰਗ ਸੀ, ਮਤਲਬ ਹੈ ਹੀ ਨਹੀਂ ਸੀ, ਜਿਸ ਕਰਕੇ ਉਸ ਦਾ ਲੋਅਰ ਪ੍ਰਾਈਟਲ ਲੋਬ ਸੈਕਸ਼ਨ 20% ਤੱਕ ਵੱਧ ਗਿਆ ਸੀ। ਮਤਲਬ ਜੋ ਥਾਂ ਤੇ ਇੱਕ ਹਿੱਸਾ ਹੈ ਨਹੀਂ ਸੀ ਉਸ ਥਾਂ ਤੱਕ ਦੂਜਾ ਹਿੱਸਾ ਵੱਧ ਗਿਆ, ਜਿਸ ਕਰਕੇ ਅਲਬਰਟ ਦੀ ਥਿੰਕਿੰਗ ਕੈਪੈਸਿਟੀ ਵੱਧ ਗਈ ਕਿਉਂਕਿ ਉਹ ਥਿੰਕਿੰਗ ਵਾਲਾ ਹਿੱਸਾ ਵੱਡਾ ਹੋਇਆ ਸੀ ਤੇ ਇਹੀ ਕਾਰਨ ਸੀ ਕਿ ਉਹ ਆਮ ਲੋਕਾਂ ਤੋਂ ਜ਼ਿਆਦਾ ਡੂੰਘਾ ਸੋਚਣ ਲੱਗਿਆ। ਤੇ ਇਸ ਸਟੱਡੀ ਵਿੱਚ ਹੀ ਪਤਾ ਲੱਗਿਆ ਕਿ ਆਇਨਸਟਾਈਨ ਦੇ ਦਿਮਾਗ ਵਿੱਚ ਆਮ ਦਿਮਾਗ ਤੋਂ ਜ਼ਿਆਦਾ ਨਿਊਰੋਨ ਸੀ ਜੋ ਕਿ ਉਸ ਦੇ ਦਿਮਾਗ ਨੂੰ ਤੇਜ਼ ਕਰਦੇ ਨੇ ਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਿਸੇ ਚੀਜ਼ ਦੀ ਘਾਟ ਵੀ ਇਨਸਾਨ ਨੂੰ ਮਹਾਨ ਬਣਾ ਸਕਦੀ ਹੈ। ਤੇ ਬਾਕੀ ਰਹੀ ਗੱਲ ਦਿਮਾਗ ਦੀ, ਜੇਕਰ ਇੱਕ ਹਿੱਸਾ ਵਧਣ ਨਾਲ ਉਹ ਦੁਨੀਆ ਦੇ ਸਭ ਤੋਂ ਮਹਾਨ ਵਿਗਿਆਨੀ ਬਣ ਗਏ ਤਾਂ ਸੋਚੋ ਦਿਮਾਗ ਦੇ ਵਿੱਚ ਹੋਰ ਕਿੰਨੀਆਂ ਚੀਜ਼ਾਂ ਨੇ ਤੇ ਕਿੰਨੇ ਹਿੱਸੇ। ਇਨਸਾਨ ਦੇ ਦਿਮਾਗ ਨੂੰ ਸਮਝਣ ਲਈ ਸਾਇੰਸ ਨੂੰ ਹਲੇ ਬਹੁਤ ਸਾਲ ਲੱਗ ਸਕਦੇ ਨੇ ਕਿਉਂਕਿ ਉਹ ਕੁਦਰਤ ਦਾ ਬਣਾਇਆ ਹੋਇਆ ਹੈ। ਤੇ ਜੇਕਰ ਤੁਹਾਡਾ ਇਦਾਂ ਦੀਆਂ ਚੀਜ਼ਾਂ ਵਿੱਚ ਇੰਟਰਸਟ ਹੈ ਕਿ ਜੇਕਰ ਦਿਮਾਗ ਇਸ ਤੋਂ ਵੀ ਜ਼ਿਆਦਾ % ਕੰਮ ਕਰਨ ਲੱਗ ਜੇ ਤਾਂ ਕੀ ਹੋਵੇਗਾ, ਤਾਂ ਤੁਸੀਂ ਹਾਲੀਵੁੱਡ ਦੀ ਇੱਕ ਬਹੁਤ ਹੀ ਇੰਟਰਸਟਿੰਗ ਮੂਵੀ ਲੂਸੀ ਦੇਖ ਸਕਦੇ ਹੋ। ਤੇ ਅੱਗੇ ਗੱਲ ਕਰਦੇ ਹਾਂ, ਦੁਨੀਆ ਵਿੱਚ ਬਹੁਤ ਸਾਰੇ ਅਮੀਰ ਦੇਸ਼ ਨੇ ਤੇ ਬਹੁਤ ਸਾਰੇ ਗਰੀਬ ਦੇਸ਼ ਨੇ। ਕਿਸੇ ਦੇਸ਼ ਦੀ ਆਮ ਰੋਟੀ ਕਿਸੇ ਲਈ ਲਗਜ਼ਰੀ ਰੋਟੀ ਹੋ ਸਕਦੀ ਹੈ, ਜਿੱਥੇ ਇੱਕ ਪਾਸੇ ਪੂਰੀ ਦੁਨੀਆ ਵਿੱਚ ਖਾਣਾ ਵੇਸਟ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਲੈਟਿਨ ਅਮਰੀਕਾ ਦੇ ਹੈਤੀ ਵਿੱਚ ਗਰੀਬੀ ਪੂਰੀ ਸਿਖਰਾਂ ਤੇ ਹੈ। ਤੇ ਇਹ ਦੇਸ਼ ਦੇ ਹਾਲਾਤ ਜਾਣ ਕੇ ਤੁਸੀਂ ਆਪਣੇ ਆਪ ਨੂੰ ਅਮੀਰ ਸਮਝੋਗੇ ਕਿਉਂਕਿ ਇੱਥੋਂ ਦੇ ਲੋਕਾਂ ਦੀ ਕੁੱਲ ਇੱਕ ਮਹੀਨੇ ਦੀ ਆਮਦਨ 100 ਰੁਪਇਆ ਵੀ ਨਹੀਂ ਹੈ ਤੇ ਦੁੱਧ, ਘਿਓ, ਪਨੀਰ ਤੇ ਜੋ ਖੁਰਾਕ ਅਸੀਂ ਆਮ ਖਾਂਦੇ ਆ ਉਹ ਖੁਰਾਕ ਇਹਨਾਂ ਲਈ ਬਹੁਤ ਹੀ ਲਗਜ਼ਰੀ ਹੈ ਕਿਉਂਕਿ ਇੱਥੋਂ ਦੇ ਲੋਕ ਭੁੱਖ ਨੂੰ ਸ਼ਾਂਤ ਕਰਨ ਲਈ ਮਿੱਟੀ ਦੀਆਂ ਰੋਟੀਆਂ ਖਾਂਦੇ ਨੇ। ਇਹ ਲੋਕ ਪਹਾੜੀ ਮਿੱਟੀ ਨੂੰ ਵਰਦਾਨ ਸਮਝਦੇ ਨੇ ਜਿਸ ਵਿੱਚ ਇਹ ਨਮਕ, ਬਨਸਪਤੀ ਤੇਲ ਤੇ ਪਾਣੀ ਮਿਲਾ ਕੇ ਰੋਟੀ ਦਾ ਆਕਾਰ ਦੇ ਕੇ ਧੁੱਪ ਵਿੱਚ ਰੱਖ ਦਿੰਦੇ ਨੇ ਤੇ ਫਿਰ ਉਸ ਨਾਲ ਆਪਣੀ ਤੇ ਆਪਣੇ ਬੱਚਿਆਂ ਦੀ ਭੁੱਖ ਸ਼ਾਂਤ ਕਰਦੇ ਨੇ। ਇਸ ਤਰ੍ਹਾਂ ਮਿੱਟੀ ਦੀ ਰੋਟੀ ਖਾਣ ਨਾਲ ਇਹ ਲੋਕ ਕੁਪੋਸ਼ਣ ਦਾ ਸ਼ਿਕਾਰ ਵੀ ਹੁੰਦੇ ਨੇ। ਇੱਥੋਂ ਦੇ 3 ਲੱਖ ਦੇ ਕਰੀਬ ਲੋਕਾਂ ਕੋਲ ਨਾ ਤਾਂ ਆਮਦਨ ਹੈ ਤੇ ਨਾ ਹੀ ਖਾਣਾ। ਅਸਲ ਵਿੱਚ ਇਹ ਦੇਸ਼ਾਂ ਵਿੱਚ ਗਰੀਬੀ 2008 ਦੀ ਮਹਿੰਗਾਈ ਤੋਂ ਬਾਅਦ ਆਈ ਸੀ, ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਜਿਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ 40% ਮਹਿੰਗੀਆਂ ਹੋ ਗਈਆਂ ਤੇ ਇਸ ਤੋਂ ਉੱਠਣ ਦੀ ਕੋਸ਼ਿਸ਼ ਹੋ ਹੀ ਰਹੀ ਸੀ ਕਿ 2010 ਵਿੱਚ ਆਏ ਭੁਚਾਲ ਨੇ ਇਹਨਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਤੇ ਉਹ ਭੁਚਾਲ ਤੋਂ ਬਾਅਦ ਇਹ ਹੈਤੀ ਅੱਜ ਵੀ ਉਸ ਤੋਂ ਉੱਭਰਨ ਵਿੱਚ ਲੱਗਿਆ ਹੋਇਆ ਹੈ। ਤੇ ਹੁਣ ਗੱਲ ਕਰਦੇ ਹਾਂ ਕੋਕਾ ਕੋਲਾ ਦੀ। ਸੋ ਇਹਨੂੰ ਇਨਵੈਂਟ ਕੀਤਾ ਸੀ ਜੌਨ ਸਥਿਤ ਪੈਂਬਰਟਨ ਨੇ। ਸੋ ਕੋਕ ਬਣਾਉਣ ਪਿੱਛੇ ਇੱਕ ਕਹਾਣੀ ਹੈ। ਜੌਨ ਲੈਫਟੀਨੈਂਟ ਕਰਨਲ ਸੀ ਅਮਰੀਕਾ ਫੌਜ ਵਿੱਚ ਤੇ 1861 ਵਿੱਚ ਅਮਰੀਕਾ ਵਿੱਚ ਯੁੱਧ ਚੱਲ ਰਿਹਾ ਸੀ ਤੇ ਜੌਨ ਇਹ ਯੁੱਧ ਵਿੱਚ ਬਹੁਤ ਜ਼ਖਮੀ ਹੋ ਗਿਆ ਤੇ ਇਸ ਨੂੰ ਦੁਸ਼ਮਣਾਂ ਨੇ ਬਹੁਤ ਤੜਫਣ ਵਾਲੇ ਜ਼ਖਮ ਦਿੱਤੇ ਤੇ ਜਿਸ ਦੇ ਦਰਦ ਨੂੰ ਘੱਟ ਕਰਨ ਲਈ ਇਹ ਅਫੀਮ ਖਾਣ ਲੱਗ ਗਿਆ ਤੇ ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਅਫੀਮ ਦਾ ਆਦੀ ਹੋ ਗਿਆ ਸੀ ਤੇ ਜਿਸ ਕਰਕੇ ਇਹ ਜਾਰਜੀਆ ਦੇ ਕੋਲੰਬਸ ਸ਼ਹਿਰ ਵਿੱਚ ਰਹਿਣ ਲੱਗਿਆ ਤੇ ਇੱਥੇ ਹੀ ਰਹਿੰਦਿਆਂ ਇਸ ਨੇ ਅਫੀਮ ਦਾ ਨਸ਼ਾ ਛੱਡਣ ਦਾ ਰਾਹ ਖੋਜਣਾ ਸ਼ੁਰੂ ਕੀਤਾ ਤੇ ਫੌਜ ਵਿੱਚ ਹੋਣ ਤੋਂ ਪਹਿਲਾਂ ਇਸ ਨੇ ਫਾਰਮੇਸੀ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਸੋ ਫਾਰਮੇਸੀ ਦਾ ਸਟੂਡੈਂਟ ਸੀ, ਨਸ਼ੇ ਦੀ ਲੱਤ ਵਿੱਚ ਤਾਂ ਰਹਿ ਨਹੀਂ ਸਕਦਾ ਸੀ ਤੇ ਉਸ ਨੇ ਸੋਚਿਆ ਕਿ ਕਿਉਂ ਨਾ ਅਜਿਹੀ ਚੀਜ਼ ਬਣਾ ਦਿੱਤੀ ਜਾਵੇ ਜਿਸ ਨਾਲ ਅਫੀਮ ਦੀ ਲੱਤ ਨਾ ਲੱਗੇ ਤੇ ਜਿਸ ਤੋਂ ਬਾਅਦ ਇਸ ਨੇ ਹਜ਼ਾਰਾਂ ਹੀ ਚੀਜ਼ਾਂ ਕ੍ਰਾਸ ਕਰਕੇ ਦੇਖੀਆਂ ਪਰ ਕੋਈ ਵੀ ਪਦਾਰਥ ਇਸ ਦਾ ਨਸ਼ਾ ਛੱਡਣ ਲਈ ਕਾਮਯਾਬ ਨਹੀਂ ਹੋਇਆ।
ਤੇ ਫਿਰ ਇੱਕ ਦਿਨ ਇਸ ਨੇ ਕੋਕਾ ਪੌਦੇ ਬਾਰੇ ਪੜ੍ਹਿਆ, ਜਿਸ ਨੂੰ ਪੇਰੂ ਦੇ ਲੋਕ ਪਿਛਲੇ ਕਈ ਹਜ਼ਾਰ ਸਾਲਾਂ ਤੋਂ એનર્ਜੀ ਲਿਆਉਣ ਲਈ ਤੇ ਜੋਸ਼ ਲਿਆਉਣ ਲਈ ਵਰਤਦੇ ਸੀ। ਤੇ ਤੁਹਾਨੂੰ ਦੱਸ ਦਈਏ ਕਿ ਇਹ ਪੌਦੇ ਨੂੰ ਕੋਕਾ ਕੋਲਾ ਵਿੱਚ ਯੂਜ਼ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਮਸ਼ਹੂਰ ਵਾਈਨ ਵਿੱਚ ਯੂਜ਼ ਕੀਤਾ ਗਿਆ ਸੀ ਤੇ ਇਹ ਵਾਈਨ ਆਪਣੇ ਸਮੇਂ ਦੀ ਬਹੁਤ ਹੀ ਮਸ਼ਹੂਰ ਵਾਈਨ ਸੀ। ਇਸ ਨੂੰ ਬਹੁਤ ਹੀ ਵੱਡੇ ਲੋਕ ਪੀਂਦੇ ਸੀ, ਜਿਵੇਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਥਾਮਸ ਐਡੀਸਨ ਵਰਗੇ ਲੋਕ। ਤੇ ਇਹ ਵਾਈਨ ਤੋਂ ਇਨਸਪਾਇਰ ਹੋ ਕੇ ਜੌਨ ਨੇ ਫ੍ਰੈਂਚ ਵਾਈਨ ਕੋਕਾ ਬਣਾਈ ਤੇ ਉਸ ਦਾ ਕਹਿਣਾ ਸੀ ਕਿ ਇਸ ਨੇ ਉਸ ਸਮੇਂ ਦੀ ਸਭ ਤੋਂ ਵਧੀਆ ਵਾਈਨ ਤੋਂ ਵੀ ਵਧੀਆ ਵਾਈਨ ਬਣਾ ਦਿੱਤੀ ਹੈ। ਤੇ ਅਜਿਹਾ ਮੰਨਣਾ ਉਹਨਾਂ ਦਾ ਇਸ ਕਰਕੇ ਸੀ ਕਿਉਂਕਿ ਇਸ ਵਿੱਚ ਮਿਕਸ ਕਰਨ ਵਾਲੇ ਇਨਗਰੀਡੀਐਂਟ ਇੱਕ ਤਾਂ ਕੋਕਾ ਪੌਦਾ ਦੇ ਪੱਤੇ, ਜਿਨ੍ਹਾਂ ਦਾ ਐਲਕੋਲਾਈਡ ਪ੍ਰਿੰਸੀਪਲ ਕੋਕੀਨ ਸੀ, ਜੋ ਕਿ એનર્ਜੀ ਵਧਾਉਣ ਵਿੱਚ ਕੰਮ ਕਰਦਾ ਹੈ, ਤੇ ਦੂਜੀ ਇੰਪੋਰਟੈਂਟ ਚੀਜ਼ ਜੋ ਇਸ ਵਿੱਚ ਐਡ ਕੀਤੀ ਸੀ, ਉਸ ਕਰਕੇ ਉਹਨਾਂ ਦਾ ਮੰਨਣਾ ਸੀ ਕਿ ਸਾਡੀ ਵਾਈਨ ਦੂਜੀ ਮਸ਼ਹੂਰ ਵਾਈਨ ਨਾਲੋਂ ਉੱਤੇ ਹੈ। ਉਹ ਸੀ ਕੋਲਾ ਨਟਸ ਤੇ ਇਹਨਾਂ ਦਾ ਐਲਕੋਲਾਈਡ ਪ੍ਰਿੰਸੀਪਲ ਕੈਫੀਨ ਸੀ ਤੇ ਇਹ ਵੀ ਐਕਸਟਰਾ એનર્ਜੀ ਲਈ ਯੂਜ਼ ਕੀਤਾ ਜਾਂਦਾ ਸੀ। ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਵਾਈਨ ਨੂੰ ਨਰਵਸ ਡਿਸਆਰਡਰ, ਸਿਰ ਦਰਦ ਨੂੰ ਦੂਰ ਕਰਨ ਵਾਲੀ ਵਾਈਨ ਕਹਿ ਕੇ ਪ੍ਰਮੋਟ ਕੀਤਾ। ਮਤਲਬ ਇੱਕ ਅਜਿਹੀ ਡਰਿੰਕ ਜੋ ਤੁਹਾਡੀ ਪੂਰੀ ਹੈਲਥ ਤੇ ਹੈਪੀਨੈਸ ਨੂੰ ਰਿਸਟੋਰ ਕਰ ਦੇਵੇਗੀ ਤੇ ਜੇਕਰ ਕੋਈ ਹੋਰ ਕਿਸੇ ਨਸ਼ੇ ਦਾ ਐਡਿਕਟਡ ਹੋਵੇਗਾ, ਉਸ ਦੀ ਐਡਿਕਸ਼ਨ ਨੂੰ ਵੀ ਖਤਮ ਕਰ ਦੇਵੇਗੀ। ਤੇ ਜਿਸ ਤੋਂ ਬਾਅਦ ਇਹ ਵਾਈਨ ਦੀ ਸੇਲ ਬਹੁਤ ਵਧੀਆ ਹੋਈ, ਪਰ ਬੁਰੇ ਵਕਤ ਦਾ ਪਤਾ ਨਹੀਂ ਹੁੰਦਾ। ਇੱਕ ਸਮਾਜ ਸੁਧਾਰਕ ਨੇ ਇੱਕ ਮੁਹਿੰਮ ਚਾਲੂ ਕੀਤੀ ਜੋ ਕਿ ਹੌਲੀ-ਹੌਲੀ ਬਹੁਤ ਵੱਡੀ ਹੋ ਗਈ ਤੇ ਜਿਸ ਤੋਂ ਬਾਅਦ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਐਲਕੋਹਲਿਕ ਪ੍ਰੋਡਕਟ ਤੇ ਬੈਨ ਲੱਗਣਾ ਸ਼ੁਰੂ ਹੋ ਗਿਆ। ਤੇ ਹੁਣ ਇਹਨਾਂ ਦੀ ਡਰਿੰਕ ਦੇ ਵਿੱਚ ਇੱਕ ਇਨਗਰੀਡੀਐਂਟ ਵਾਈਨ ਵੀ ਸੀ ਤੇ ਇਹਨਾਂ ਨੇ ਸੋਚਿਆ ਕਿ ਸਾਡੇ ਦੋ ਇਨਗਰੀਡੀਐਂਟ ਇਨ ਫਿਊਚਰ ਬੈਨ ਨਹੀਂ ਹੋਣਗੇ ਤੇ ਹੁਣ ਅਸੀਂ ਵਾਈਨ ਨੂੰ ਰਿਪਲੇਸ ਕਰਕੇ ਇਸ ਦੀ ਜਗ੍ਹਾ ਕੋਈ ਹੋਰ ਪਦਾਰਥ ਮਿਕਸ ਕਰਕੇ ਇੱਕ ਬੈਸਟ ਡਰਿੰਕ ਬਣਾ ਸਕਦੇ ਹਾਂ। ਤੇ ਉਹ ਬੇਸਮੈਂਟ ਵਿੱਚ ਨਵੇਂ ਪ੍ਰਯੋਗ ਕਰਨ ਲੱਗਿਆ, ਜਿੱਥੇ ਇਸ ਨੂੰ 8 ਮਈ 1886 ਵਿੱਚ ਕੋਕ ਦੀ ਅਸਲੀ ਰੈਸਿਪੀ ਮਿਲ ਗਈ ਤੇ ਜਿਸ ਤੋਂ ਬਾਅਦ ਇਸ ਦਾ ਨਾਮ ਰੱਖਿਆ ਗਿਆ ਕੋਕਾ ਕੋਲਾ, ਕਿਉਂਕਿ ਇਸ ਦੇ ਵਿੱਚ ਕੋਕਾ ਪੌਦੇ ਦੇ ਪੱਤੇ ਤੇ ਕੋਲਾ ਇਸ ਲਈ ਕਿਉਂਕਿ ਇਸ ਵਿੱਚ ਕੋਲਾ ਨਟਸ ਹੁੰਦੇ ਸੀ ਤੇ ਇਹ ਕੇ ਨਾਲ ਸ਼ੁਰੂ ਹੁੰਦਾ ਸੀ, ਪਰ ਰਾਈਮ ਕਰਨ ਲਈ ਸੀ ਨਾਲ ਕੋਲਾ ਲਿਖਣਾ ਸ਼ੁਰੂ ਕੀਤਾ ਗਿਆ। ਤੇ ਉਸ ਸਮੇਂ ਜੌਨ ਨੇ ਆਪਣੇ ਅਫੀਮ ਦੇ ਨਸ਼ੇ ਨੂੰ ਛੱਡਣ ਲਈ ਕੋਕੀਨ ਦਾ ਸਹਾਰਾ ਲਿਆ। ਸੋ ਤੁਹਾਡੇ ਹਿਸਾਬ ਨਾਲ ਉਹ ਥੱਲੇ ਆਇਆ ਸੀ ਜਾਂ ਉੱਪਰ? ਸੋ ਸ਼ੁਰੂ ਵਿੱਚ ਜੋ ਕੋਕਾ ਪੌਦਾ ਦੇ ਪੱਤੇ ਯੂਜ਼ ਕੀਤੇ ਜਾਂਦੇ ਸੀ, ਉਹਨਾਂ 'ਚ ਕੋਕੀਨ ਦਾ ਥੋੜਾ ਬਹੁਤ ਹਿੱਸਾ ਹੁੰਦਾ ਸੀ, ਪਰ ਆਉਣ ਵਾਲੇ ਸਾਲਾਂ ਵਿੱਚ ਜੋ ਉਹ ਥੋੜਾ ਬਹੁਤ ਹਿੱਸਾ ਵੀ ਸੀ, ਉਸ ਨੂੰ ਵੀ ਹਟਾ ਦਿੱਤਾ ਗਿਆ ਤੇ ਕੋਲਾ ਨਟਸ ਦੇ ਨਾਲ ਕੁਝ ਹੋਰ ਚੀਜ਼ਾਂ ਮਿਲਾ ਕੇ ਰੈਸਿਪੀ ਤਿਆਰ ਕੀਤੀ ਗਈ ਜੋ ਅੱਜ ਤੱਕ ਚੱਲਦੀ ਹੈ। ਤੇ ਇਸ ਤਰ੍ਹਾਂ ਅਫੀਮ ਦੇ ਨਸ਼ੇ ਤੋਂ ਬਚਣ ਦੀ ਉਮੀਦ ਵਿੱਚ ਕੋਕਾ ਕੋਲਾ ਦਾ ਇਨਵੈਂਸ਼ਨ ਹੋਇਆ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਨੇ ਅਫੀਮ ਛੱਡਣ ਲਈ ਜ਼ਿਆਦਾ ਨਹੀਂ ਵਰਤਿਆ, ਅਫੀਮ ਖਾਣ ਤੋਂ ਬਾਅਦ ਜ਼ਿਆਦਾ ਵਰਤਿਆ ਹੈ। ਤੇ ਸ਼ੁਰੂਆਤ ਵਿੱਚ ਕੋਕਾ ਕੋਲਾ ਇੱਕ ਮੈਡੀਸਨ ਦਾ ਕੰਮ ਕਰਦੀ ਸੀ, ਜਿਵੇਂ ਕਿ ਨਰਵਸ ਡਿਸਆਰਡਰ, ਸਿਰ ਦਰਦ, ਮੈਂਟਲ ਤੇ ਡਿਪਰੈਸ਼ਨ ਦੇ ਸ਼ਿਕਾਰ ਨੂੰ ਦੂਰ ਕਰ ਰਹੀ ਸੀ। ਤੇ ਤੁਹਾਨੂੰ ਦੱਸ ਦਈਏ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪੀਣ ਵਾਲੀ ਚੀਜ਼ ਪਾਣੀ ਤੋਂ ਬਾਅਦ ਕੋਕਾ ਕੋਲਾ ਹੈ ਤੇ ਜਿਸ ਨੇ ਇਸ ਨੂੰ ਬਣਾਇਆ ਸੀ, ਅੱਜ ਉਹ ਇਸ ਦਾ ਮਾਲਕ ਨਹੀਂ ਹੈ, ਕਿਉਂਕਿ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਕੋਕ ਇੰਨਾ ਮਸ਼ਹੂਰ ਨਹੀਂ ਸੀ। ਉਸ ਵਕਤ ਜੌਨ ਨੂੰ ਘਾਟਾ ਹੋਇਆ ਸੀ, ਪਰ ਇਸ ਨੂੰ ਯਕੀਨ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਨੈਸ਼ਨਲ ਡਰਿੰਕ ਬਣੇਗਾ ਤੇ ਜਿਸ ਤੋਂ ਬਾਅਦ ਇਸ ਨੇ ਆਪਣੇ ਕੋਕਾ ਕੋਲਾ ਦੇ ਸ਼ੇਅਰ ਵੱਡੇ ਵਪਾਰੀਆਂ ਨੂੰ ਵੇਚ ਦਿੱਤੇ। ਪਰ ਫਿਰ ਵੀ ਬਹੁਤ ਸਾਰੇ ਸ਼ੇਅਰਾਂ ਦਾ ਇੱਕ ਵੱਡਾ ਹਿੱਸਾ ਆਪਣੇ ਬੇਟੇ ਦੇ ਨਾਮ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਚਾਰਲੀ ਨੂੰ ਪੈਸਿਆਂ ਦੀ ਜ਼ਰੂਰਤ ਸੀ, ਜਿਸ ਤੋਂ ਬਾਅਦ ਉਸਨੇ ਆਪਣੇ ਸਾਰੇ ਸ਼ੇਅਰ ਆਸਾ ਗ੍ਰਿਗਸ ਕੈਂਡਲਰ ਨੂੰ $1750 ਵਿੱਚ ਵੇਚ ਦਿੱਤੇ ਤੇ ਜਿਸ ਤੋਂ ਬਾਅਦ 1888 ਦੇ ਵਿੱਚ ਸਾਰੇ ਸ਼ੇਅਰ ਆਸਾ ਦੇ ਕੋਲ ਆ ਗਏ ਸੀ, ਕਿਉਂਕਿ ਇਸ ਨੇ ਬਾਕੀ ਸ਼ੇਅਰਸ ਵੀ ਹੋਰ ਵਪਾਰੀਆਂ ਤੋਂ ਖਰੀਦ ਲਏ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਵਾਰਨ ਬਫੇ ਨੇ ਆਪਣੀ ਜ਼ਿੰਦਗੀ ਦੀ ਅਮੀਰੀ ਦੀ ਸ਼ੁਰੂਆਤ ਇਸ ਕੰਪਨੀ ਦੇ ਸ਼ੇਅਰ ਖਰੀਦ ਕੇ ਕੀਤੀ ਸੀ ਤੇ ਇਸ ਤੋਂ ਬਾਅਦ ਜੌਨ ਪੈਂਬਰਟਨ ਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਫਿਰ 29 ਜਨਵਰੀ 1892 ਨੂੰ ਕੋਕਾ ਕੋਲਾ ਨੂੰ ਇੱਕ ਪ੍ਰੋਡਕਟ ਤੋਂ ਕੰਪਨੀ ਬਣਾ ਦਿੱਤਾ ਜਾਂਦਾ ਹੈ ਤੇ ਕੰਪਨੀ ਦੇ ਫਾਊਂਡਰ ਬਣ ਜਾਂਦੇ ਨੇ ਆਸਾ ਗ੍ਰਿਗਸ ਕੈਂਡਲਰ। ਪਰ ਪ੍ਰੋਡਕਟ ਦੇ ਓਨਰ ਹਲੇ ਵੀ ਜੌਨ ਪੈਂਬਰਟਨ ਹੀ ਸੀ ਤੇ ਪਹਿਲਾਂ ਇਹ ਸਟੋਰਾਂ ਤੇ ਰੱਖ ਕੇ ਹੀ ਬਣਾਇਆ ਜਾਂਦਾ ਸੀ। ਮਤਲਬ ਪਹਿਲਾਂ ਕੋਲਾ ਸਿਰਪ ਵਿੱਚ ਬਰਫ਼ ਮਿਲਾਈ ਜਾਂਦੀ ਸੀ ਤੇ ਉਸ ਤੋਂ ਬਾਅਦ ਫਿਰ ਇਸ ਵਿੱਚ ਸੋਡਾ ਮਿਲਾਇਆ ਜਾਂਦਾ ਸੀ ਤੇ ਨਾਲ ਦੀ ਨਾਲ ਬਣਾ ਕੇ ਸਰਵ ਕੀਤਾ ਜਾਂਦਾ ਸੀ ਤੇ 12 ਮਾਰਚ 1894 ਤੋਂ ਬਾਅਦ ਇਸ ਨੂੰ ਬੋਤਲ ਵਿੱਚ ਪੈਕ ਕਰਕੇ ਸਰਵ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਇਸ ਦੀਆਂ ਬਹੁਤ ਸਾਰੀਆਂ ਕਾਪੀਆਂ ਬਣੀਆਂ, ਪਰ ਉਹ ਕਾਮਯਾਬ ਨਹੀਂ ਹੋਈਆਂ ਤੇ ਇਹਨਾਂ ਦੇ ਲੋਗੋ ਵੀ ਚੋਰੀ ਹੁੰਦੇ ਰਹੇ ਤੇ ਜੋ ਬੋਤਲ ਉੱਤੇ ਇਹ ਲੋਗੋ ਲਾਉਂਦੇ ਸੀ ਉਹ ਉਤਰ ਜਾਂਦਾ ਸੀ। ਤੇ ਫਿਰ ਇਹਨਾਂ ਨੇ ਇੱਕ ਖਾਸ ਤਰ੍ਹਾਂ ਦੀ ਬੋਤਲ ਬਣਾਉਣ ਵਾਸਤੇ ਸੋਚਿਆ, ਕਿਉਂਕਿ ਇਹਨਾਂ ਦਾ ਸੋਚਣਾ ਸੀ ਕਿ ਅਜਿਹੀ ਬੋਤਲ ਬਣਾਈ ਜਾਵੇ ਜਿਸ ਨੂੰ ਕੋਈ ਹੱਥ ਲਾ ਕੇ ਹੀ ਦੱਸ ਦਵੇ ਕਿ ਇਹ ਕੋਕ ਦੀ ਬੋਤਲ ਹੈ, ਕਿਉਂਕਿ ਉਸ ਸਮੇਂ ਇਸ ਤਰ੍ਹਾਂ ਦੀ ਬੋਤਲ ਆਉਂਦੀ ਹੀ ਨਹੀਂ ਸੀ। ਤੇ ਫਿਰ ਇੱਕ ਖਾਸ ਤਰ੍ਹਾਂ ਦੀ ਬੋਤਲ ਤਿਆਰ ਕੀਤੀ ਗਈ ਤੇ ਇਸ ਨੂੰ ਹੀ ਟ੍ਰੇਡਮਾਰਕ ਰਜਿਸਟਰ ਕਰਾ ਦਿੱਤਾ ਗਿਆ ਤੇ ਹੁਣ ਇਸ ਤੇ ਕੋਈ ਵੀ ਲੇਬਲ ਲਾਉਣ ਦੀ ਲੋੜ ਨਹੀਂ ਸੀ। ਤੇ ਤੁਹਾਨੂੰ ਦੱਸ ਦਈਏ ਕਿ ਕੋਕਾ ਕੋਲਾ
ਵਰਗੀ ਕੰਪਨੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪੂਰੇ ਦਿਨ ਦੇ 9 ਗਲਾਸ ਹੀ ਵੇਚ ਪਾਉਂਦੀ ਸੀ, ਪਰ ਅੱਜ ਇਹ ਕੰਪਨੀ ਪੂਰੇ ਦਿਨ ਵਿੱਚ 2 ਅਰਬ ਤੋਂ ਜ਼ਿਆਦਾ ਬੋਤਲਾਂ ਵੇਚ ਦਿੰਦੀ ਹੈ ਤੇ ਇਹ ਸਭ ਹੋਇਆ ਹਾਰਡ ਵਰਕ ਤੇ ਸਮਾਰਟ ਵਰਕ ਨਾਲ। ਸੋ ਅੱਜ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਉਹ ਕੰਪਨੀ ਜਾਂ ਉਹ ਇਨਸਾਨ, ਉਹ ਬੰਦਾ ਉੱਥੇ ਪਹੁੰਚਿਆ ਤਾਂ ਮੈਂ ਵੀ ਪਹੁੰਚ ਸਕਦਾ। ਪਰ ਕੋਕਾ ਕੋਲਾ ਵਰਗੀ ਕੰਪਨੀ ਕੋਲ ਤਾਂ ਨਵਾਂ ਫਰੈਸ਼ ਆਈਡੀਆ ਸੀ ਤੇ ਉਸ ਸਮੇਂ ਤਾਂ ਬੋਤਲਾਂ ਵਿੱਚ ਡਰਿੰਕ ਪੈਕ ਕਰਕੇ ਵੀ ਨਹੀਂ ਦਿੱਤੀ ਜਾਂਦੀ ਸੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਕੁਝ ਵੀ ਕਰ ਸਕਦਾ ਹੈ ਜੇਕਰ ਇਰਾਦੇ ਪੱਕੇ ਹੋਣ। ਤੇ ਅਗਲੀ ਗੱਲ ਧਿਆਨ ਨਾਲ ਸੁਣਿਓ, ਖਲੀਲ ਜਬਰਾਨ ਨੇ ਕਿਹਾ ਸੀ ਕਿ ਜਦੋਂ ਤੁਸੀਂ ਇਹ ਸਮਝ ਜਾਓਗੇ ਕਿ ਲੋਕ ਮਰਿਆ ਹੋਇਆ ਕਿੰਨੀ ਛੇਤੀ ਭੁੱਲ ਜਾਂਦੇ ਨੇ ਤਾਂ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਿਉਣਾ ਛੱਡ ਦਿਓਗੇ। ਉਦੋਂ ਫਿਰ ਤੁਸੀਂ ਆਪਣੇ ਲਈ ਜਿਉਣਾ ਸ਼ੁਰੂ ਕਰੋਗੇ। ਤੇ ਬਹੁਤ ਸਾਰੇ ਲੋਕਾਂ ਨੂੰ ਇਹ ਸਾਰੀ ਉਮਰ ਸਮਝ ਨਹੀਂ ਆਉਂਦਾ ਤੇ ਉਹ ਲੋਕ ਕੀ ਕਹਿਣਗੇ ਇਹ ਸੋਚ ਕੇ ਸਾਰੀ ਉਮਰ ਕੁੰਡਾ ਕਰਾਉਂਦੇ ਰਹਿਣਗੇ। ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।